ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਕੁਝ ਵਿਚਾਰ ਕਰਾਂਗੇ। ਇਸ ਵਿਚਾਰ ਦੀ ਲੋੜ ਇਸ ਕਰਕੇ ਪਈ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਜੋ ਵੱਡੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਉਹਦੀਆਂ ਕਮੀਆਂ ਲੱਭ ਕੇ ਉਸ ਕਮੀਆਂ ਨੂੰ ਬਹੁਤ ਜ਼ਿਆਦਾ ਉਭਾਰਿਆ ਗਿਆ, ਉਛਾਲਿਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬੇਪੱਤ ਕਰਨ ਦਾ ਯਤਨ ਕੀਤਾ ਗਿਆ। ਸਾਡੇ ਬੁਲਾਰਿਆਂ ਨੇ ਅਤੇ ਲਿਖਾਰੀਆਂ ਨੇ ਕਦੇ ਇਹ ਵੀ ਨਹੀਂ ਸੋਚਿਆ ਕਿ ਉਹਦੀ ਬੇਇੱਜ਼ਤੀ ਕਰਨ ਨਾਲ ਸਾਡੀ ਆਪਣੀ ਵੀ ਬੇਇੱਜ਼ਤੀ ਹੋ ਰਹੀ ਹੈ। ਜਿਹਨੂੰ ਅਸੀਂ ਸ਼ੇਰੇ ਪੰਜਾਬ ਵੀ ਕਹਿੰਦੇ ਹਾਂ, ਜਿਹਨੂੰ ਖਾਲਸਾ ਰਾਜ ਦਾ ਬਾਨੀ ਵੀ ਕਹਿੰਦੇ ਹਾਂ, ਉਸੇ ਦਾ ਅਪਮਾਨ ਵੀ ਕਰੀ ਜਾਂਦੇ ਹਾਂ ਤੇ ਸਾਨੂੰ ਅਕਲਮੰਦ ਕੌਣ ਆਖੇਗਾ। ਲੋਕੀ ਸਾਡੀ ਅਕਲ ਤੇ ਹੱਸਦੇ ਹੋਣਗੇ ਵੀ ਕਿਹੋ ਜਿਹੀ ਮੂਰਖਾਂ ਦੀ ਕੌਮ ਹੈ ਇਹ ਕਿ ਆਪਣੇ ਹੀ ਏਡੇ ਵੱਡੇ ਯੋਧਿਆਂ ਨੂੰ ਆਪ ਹੀ ਇੰਨਾ ਅਪਮਾਨਿਤ ਕਰੀ ਜਾ ਰਹੀ ਹੈ, ਉਹ ਵੀ ਆਪਣੇ ਘਰ ਦੇ ਵਿੱਚ ਬੈਠ ਕੇ ਨਹੀਂ। ਰਣਜੀਤ ਸਿੰਘ ਦਾ ਜੋ ਪੁੱਜ ਕੇ ਅਪਮਾਨ ਕੀਤਾ ਗਿਆ ਉਹ ਬਿਆਨ ਤੋਂ ਬਾਹਰ ਹੈ, ਡੁੱਬ ਕੇ ਮਰ ਜਾਣ ਵਾਲੀ ਗੱਲ ਹੈ। ਮੈਂ ਇਸ ਗੱਲ ਤਾਂ ਕਹਿ ਰਿਹਾ ਕਿਉਂਕਿ ਸਾਨੂੰ ਤਾਂ ਇੰਨੀ ਕੁ ਅਕਲ ਹੈ, ਅਸੀਂ ਤਾਂ ਗੁਰੂ ਨਾਨਕ ਨੂੰ ਵੀ ਨਹੀਂ ਬਖਸ਼ਿਆ, ਅਸੀਂ ਤਾਂ ਬਾਕੀ ਗੁਰੂਆਂ ਸਾਹਿਬਾਨ ਦਾ ਵੀ ਅਪਮਾਨ ਕਰਨ ਲੱਗੇ, ਰਾਈ ਮਾਤਰ ਸ਼ਰਮ ਨਹੀਂ ਕੀਤੀ। ਸਾਡੇ ਬੁਲਾਰੇ ਅਜਿਹੀਆਂ ਗੰਦੀਆਂ ਤੇ ਅਸ਼ਲੀਲ ਕਹਾਣੀਆਂ ਗੁਰੂ ਸਾਹਿਬ ਦੇ ਨਾਮ ਨਾਲ ਜੋੜ ਕੇ ਸੁਣਾਉਂਦੇ ਨੇ ਕਿ ਗੁਰੂ ਸਾਹਿਬ ਇਹੋ ਜਿਹੇ ਭੈੜੇ ਕੰਮ ਵੀ ਕਰਦੇ ਰਹਿੰਦੇ ਸਨ। ਤੇ ਸੋਚਣ ਵਾਲੀ ਗੱਲ ਹੈ, ਫਿਰ ਉਹ ਮਹਾਂਪੁਰਖ ਕਾਹਦੇ ਹੋਏ? ਉਹ ਸਾਡੇ ਰਹਿਬਰ ਕਿਵੇਂ ਹੋ ਗਏ? ਉਹ ਕ੍ਰਾਂਤੀਕਾਰੀ ਯੋਧੇ ਕਿਵੇਂ ਹੋ ਗਏ? ਉਹਨਾਂ ਨੇ ਤਾਂ ਜਿੱਥੇ ਗਿਆਨ ਦਿੱਤਾ ਸਾਨੂੰ ਗੁਰਬਾਣੀ ਦੇ ਰਾਹੀਂ ਉਹ ਤਾਂ ਬੇਅੰਤ ਹੈ, ਪਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਵੀ ਲੇਖੇ ਲਾ ਦਿੱਤੀਆਂ, ਸ਼ਹੀਦੀਆਂ ਪਾ ਲਈਆਂ, ਜੰਗਲਾਂ 'ਚ ਭੁੱਖਾਂ ਪਿਆਸਾਂ ਅਤੇ ਭੈੜੇ ਤੋਂ ਭੈੜਾ ਜੀਵਨ ਉਹ ਬਤੀਤ ਕਰਦੇ ਰਹੇ। ਪਰ ਸਾਡੇ ਬੁਲਾਰਿਆਂ ਨੂੰ ਤੇ ਲਿਖਾਰੀਆਂ ਨੂੰ ਇਹਨਾਂ ਗੱਲਾਂ ਦਾ ਚੇਤਾ ਹੀ ਨਹੀਂ ਆਇਆ। ਤੇ ਮੈਂ ਇੱਥੇ ਰਣਜੀਤ ਸਿੰਘ ਵੱਲ ਮੁੜ ਕੇ ਆਵਾਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੇ ਮੁਸਲਮਾਨ ਲਿਖਾਰੀ ਨੇ ਉਹ ਤਾਂ ਬੇਅੰਤ ਪ੍ਰਸ਼ੰਸਾ ਕਰ ਰਹੇ ਨੇ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਉਹ ਤਾਂ ਕਹਿ ਰਹੇ ਨੇ ਕਿ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ। ਆਲੇ ਦੁਆਲੇ ਚੰਬਾ, ਕਾਂਗੜਾ, ਕਸ਼ਮੀਰ, ਅਫਗਾਨਿਸਤਾਨ ਤੱਕ ਉਹਦੇ ਰਾਜ ਦੀਆਂ, ਉਹਦੀ ਤਾਕਤ ਦੀਆਂ ਧੁੰਮਾਂ ਪੈ ਗਈਆਂ ਤੇ ਸਾਰੇ ਉਹਦੇ ਅੱਗੇ ਝੁਕ ਕੇ ਬੇਅੰਤ ਜਿਹੜੇ ਛੋਟੀਆਂ ਰਿਆਸਤਾਂ ਸੀ ਉਹਨੇ ਆਪਣੇ ਅਧੀਨ ਕਰ ਲਈਆਂ। ਇੱਕ ਸ਼ਕਤੀਸ਼ਾਲੀ ਵਿਸ਼ਾਲ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਦੇ ਨਕਸ਼ੇ ਤੇ ਸਾਹਮਣੇ ਲੈ ਆਂਦਾ। ਇੱਥੇ ਜਿਹੜੀਆਂ ਗੱਲਾਂ ਖਾਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਇੱਕ ਉਹਨਾਂ 'ਚੋਂ ਇਹ ਹੈ, ਨੰਬਰ 1 ਕਿ ਸਿੱਖਾਂ ਦੀ ਆਬਾਦੀ ਉਸ ਸਮੇਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਆਬਾਦੀ ਕਿੰਨੀ ਸੀ? ਆਪ ਅੰਦਾਜ਼ਾ ਲਾ ਕੇ ਦੱਸਿਓ। ਕਦੀ ਸੋਚਿਓ ਕਿ ਇੰਨੀ ਘੱਟ ਆਬਾਦੀ ਵਾਲਾ ਰਾਜ ਕਿਸੇ ਦੁਨੀਆ 'ਚ ਘੱਟ ਹੀ ਹੋ ਸਕਦਾ? ਉਹ ਰਣਜੀਤ ਸਿੰਘ ਨੇ ਕਾਇਮ ਕੀਤਾ। ਇਸ ਇਲਾਕੇ 'ਚ ਮੁਸਲਮਾਨਾਂ ਦੀ ਆਬਾਦੀ ਸੀ 24%, ਇਸ ਇਲਾਕੇ 'ਚ ਹਿੰਦੂਆਂ ਦੀ ਆਬਾਦੀ ਸੀ 70% ਤੇ ਇੱਥੇ ਸਿੱਖਾਂ ਦੀ ਆਬਾਦੀ ਸੀ ਕੇਵਲ 6%। ਤੇ 6% ਵਾਲਾ ਮਹਾਰਾਜਾ 24% ਤੇ ਰਾਜ ਕਰ ਰਿਹਾ ਹੈ। ਤੇ ਹੈਰਾਨੀ ਹੁੰਦੀ ਹੈ ਕਿ 6% ਲੋਕ ਨੇ ਜਿਹੜੇ ਉਹ ਹਾਕਮ ਨੇ, ਉਹ ਬਾਦਸ਼ਾਹ ਨੇ, ਉਹ ਜੇਤੂ ਨੇ, ਉਹ ਸਰਦਾਰ ਨੇ ਤੇ ਬਾਕੀ ਜਿਹੜੇ 94% ਲੋਕ ਨੇ ਉਹਨਾਂ ਤੋਂ ਪੁੱਛ ਕੇ ਕੰਮ ਕਰਦੇ ਨੇ, ਉਹਨਾਂ ਦੇ ਨੌਕਰ ਲੱਗੇ ਨੇ, ਉਹਨਾਂ ਦੀ ਆਪਣੀ ਹਸਤੀ ਨਹੀਂ ਹੈ ਤੇ ਉਹਨਾਂ ਦਾ ਰਾਜ ਨਹੀਂ ਹੈ। 6% ਸਿੱਖ 94% ਲੋਕਾਂ ਤੇ ਰਾਜ ਕਰ ਰਹੇ ਨੇ। ਇਹ ਦੁਨੀਆ ਦੇ ਵਿੱਚ ਇੱਕ ਵੱਡੀ ਕਰਾਮਾਤ ਹੈ। ਬਹੁਤ ਲੋਕਾਂ ਨੇ ਨਪੋਲੀਅਨ ਨੂੰ ਮਹਾਨ ਆਖਿਆ, ਕੋਈ ਸ਼ੱਕ ਨਹੀਂ, ਨਪੋਲੀਅਨ ਆਪਣੇ ਆਪ ਦੇ ਵਿੱਚ ਮਹਾਨ ਸੀ, ਸਿਕੰਦਰ ਮਹਾਨ ਸੀ, ਸਭ ਕੁਝ ਇਹ ਮੰਨਿਆ ਜਾ ਸਕਦਾ ਹੈ। ਪਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲੋਂ ਘੱਟ ਨਹੀਂ ਸੀ ਕਿਉਂਕਿ ਇਹਨੇ ਜੋ ਕਾਰਨਾਮੇ ਕੀਤੇ ਆਪਾਂ ਧਿਆਨ ਦਈਏ ਕਿ ਲੰਮੇ ਸਮੇਂ ਤੋਂ ਸਿੱਖ ਜੰਗਲਾਂ 'ਚ ਰੁਲਦੇ ਆ ਰਹੇ ਸਨ। ਉਹਨਾਂ ਦਾ ਆਪਣਾ ਕੋਈ ਘਰ ਘਾਟ ਨਹੀਂ ਸੀ। ਉਹ ਜਾਨਵਰਾਂ ਦਾ, ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ। ਉਹਨਾਂ ਕੋਲੇ ਆਪਣਾ ਕੋਈ ਮਕਾਨ, ਸਿਰ ਲੁਕਾਉਣ ਨੂੰ ਥਾਂ ਵੀ ਨਹੀਂ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਉਜੜੇ ਹੋਏ ਲੋਕਾਂ ਨੂੰ ਬਸਣ ਵਾਸਤੇ ਸਾਰਾ ਮਾਹੌਲ ਤਿਆਰ ਕਰਕੇ ਦੇ ਦਿੱਤਾ, ਸਾਨੂੰ ਬਸਦੇ ਕਰ ਦਿੱਤਾ। ਇਹ ਕੋਈ ਛੋਟੀ ਦੇਣ ਹੈ ਕਿ ਜੰਗਲਾਂ 'ਚੋਂ ਕੱਢ ਕੇ ਮਹਿਲਾਂ ਵਿੱਚ ਲੈ ਆਂਦਾ? ਇਹ ਰਣਜੀਤ ਸਿੰਘ ਦੀ ਦੇਣ ਸੀ। ਉਪਰੰਤ ਸਾਡੇ ਸਿਰਾਂ ਦੇ ਮੁੱਲ ਪਏ ਹੋਏ ਸਨ। ਜਿਹੜਾ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ ਜਾਂ ਸਿੱਖਾਂ ਦੀ ਦੱਸ ਪਾਉਂਦਾ ਸੀ
ਉਹਨਾਂ ਨੂੰ ਵੱਡੇ ਵੱਡੇ ਇਨਾਮ ਮਿਲਦੇ ਸੀ। ਅੱਜ ਰਣਜੀਤ ਸਿੰਘ ਦੇ ਰਾਜ ਸਮੇਂ ਸਿਰਾਂ ਦੇ ਇਨਾਮ ਨਹੀਂ, ਸਗੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਯੋਧਿਆਂ ਨੂੰ ਇਨਾਮ ਅਤੇ ਸਨਮਾਨ ਦੇ ਰਿਹਾ ਸੀ ਕਿ ਤੁਸੀਂ ਬਹੁਤ ਵੱਡੇ ਬਹਾਦਰ ਹੋ। ਤੇ ਜਿਹੜਾ ਸਿੱਖਾਂ ਦੇ ਰਾਜ ਦੇ ਹੱਕ ਵਿੱਚ ਲੜਦਾ ਸੀ ਤੇ ਉਹਨੂੰ ਵੀ ਸਨਮਾਨਿਤ ਕਰਦਾ ਸੀ। ਉਹ ਸਿੱਖਾਂ ਤੋਂ ਸਨਮਾਨ ਲੈਣ ਵਾਸਤੇ ਸਿੱਖਾਂ ਵਾਸਤੇ ਲੜਦੇ ਸਨ। ਤਾਂ ਇਸੇ ਤਰ੍ਹਾਂ ਜਿਹੜਾ ਦੁਨੀਆ ਦੇ ਵਿੱਚ ਪਛਾਣ ਬਣੀ ਹੈ ਸਿੱਖਾਂ ਦੀ ਜੇਤੂਆਂ ਦੇ ਤੌਰ ਤੇ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਤੇ ਬਣੀ ਹੈ। ਉਦੋਂ ਪਹਿਲਾਂ ਤਾਂ ਸਾਨੂੰ ਉਜੜੇ ਉਖੜੇ ਜੰਗਲਾਂ 'ਚ ਰਹਿਣ ਵਾਲੇ ਬਗਾਵਤੀ ਤੇ ਲੜਾਕੇ ਇਸ ਤਰ੍ਹਾਂ ਦੇ ਪੇਸ਼ ਕੀਤਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਜੰਗਲਾਂ 'ਚੋਂ ਕੱਢ ਕੇ ਰਾਜ ਕਰਨ ਜੋਗੇ ਬਣਾ ਦਿੱਤਾ। ਪਹਿਲਾਂ ਲੰਬੇ ਸਮੇਂ ਤੱਕ ਕੋਈ ਇਨਸਾਨ ਜ਼ਮੀਨ ਦਾ ਮਾਲਕ ਨਹੀਂ ਹੁੰਦਾ ਸੀ। ਜ਼ਮੀਨ ਦਾ ਮਾਲਕ ਹਰੇਕ ਰਾਜਾ ਹੁੰਦਾ ਸੀ ਤੇ ਉਹ ਅੱਗੋਂ ਲੋਕਾਂ ਨੂੰ ਜਿਹੜੇ ਵਾਹੀ ਕਰਦੇ ਸਨ ਉਹਨਾਂ ਨੂੰ ਕੁਝ ਹਿੱਸਾ ਅੰਨ-ਦਾਣੇ ਦਾ ਉਹਨਾਂ ਨਾਲ ਕਰਕੇ ਉਹਨਾਂ ਨੂੰ ਜ਼ਮੀਨ ਦਿੰਦਾ ਸੀ ਕਿ ਤੂੰ ਖੇਤੀ ਕਰਨੀ ਹੈ ਤੇ ਇੰਨਾ ਹਿੱਸਾ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਾਉਣਾ ਹੈ। ਜੇ ਸਹੀ ਮਾਇਨਿਆਂ 'ਚ ਤੂੰ ਬਣਦਾ ਹਿੱਸਾ ਨਾ ਦਿੱਤਾ ਤਾਂ ਤੇਰੀ ਜ਼ਮੀਨ ਵਾਪਸ ਲੈ ਲਈ ਜਾਵੇਗੀ, ਜ਼ਬਤ ਕਰ ਲਈ ਜਾਵੇਗੀ, ਤੈਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਪਰ ਰਣਜੀਤ ਸਿੰਘ ਨੇ ਇਹ ਐਲਾਨ ਕਰ ਦਿੱਤਾ, ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜਾ ਇਨਸਾਨ ਖੇਤੀ ਕਰ ਸਕਦਾ ਹੈ ਉਹ ਖੇਤੀ ਕਰੇ। ਜਿੰਨੀ ਜ਼ਮੀਨ ਤੇ ਉਹਨੇ ਕਬਜ਼ਾ ਕਰਨਾ ਹੈ ਉਹ ਕਰ ਲਵੇ, ਪਰ ਉਹਨੇ ਵਾਹੀ ਕਰਨੀ ਹੈ, ਖੇਤੀ ਕਰਨੀ ਹੈ, ਬਣਦਾ ਟੈਕਸ ਦੇਣਾ ਹੈ ਤੇ ਉਹ ਜ਼ਮੀਨ ਦਾ ਮਾਲਕ ਜ਼ਿਮੀਂਦਾਰ ਅਖਵਾਵੇਗਾ। ਸਾਨੂੰ ਜ਼ਮੀਨਾਂ ਦੇ ਮਾਲਕ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ। ਤੇ ਕਈ ਭਰਾ ਇਹ ਇਤਰਾਜ਼ ਕਰਦੇ ਨੇ ਕਿ ਜੀ ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾ ਦਿੱਤਾ ਸੀ। ਪਰ ਸੋਚ ਕੇ ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਦਾ ਤਾਂ ਰਾਜ ਪੱਕੇ ਪੈਰੀਂ ਹੋ ਹੀ ਨਹੀਂ ਸਕਿਆ। ਥੋੜ੍ਹੇ ਸਮੇਂ ਵਾਸਤੇ ਬੰਦਾ ਸਿੰਘ ਬਹਾਦਰ ਨੇ ਐਲਾਨ ਤੇ ਜ਼ਰੂਰ ਕਰ ਦਿੱਤਾ ਸੀ, ਪਰ ਅੰਦਰ ਦੀਆਂ ਜੋ ਬਦਖੋਈਆਂ ਸਨ, ਅੰਦਰ ਦੀਆਂ ਸਾਜ਼ਿਸ਼ਾਂ ਸਨ ਆਪਣੇ ਸਿੱਖ ਭਰਾਵਾਂ ਵੱਲੋਂ ਹੀ, ਉਹਦੇ ਕਰਕੇ ਬੰਦਾ ਸਿੰਘ ਬਹਾਦਰ ਦਾ ਰਾਜ ਬਹੁਤੀ ਦੇਰ ਤੱਕ ਟਿਕ ਨਾ ਸਕਿਆ ਤੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਰਾਜ ਜਾਂਦਾ ਰਿਹਾ ਤੇ ਮੁੜ ਕੇ ਸਿੱਖ ਫਿਰ ਜੰਗਲਾਂ ਚਲੇ ਗਏ। ਇਸ ਤਰ੍ਹਾਂ ਤਕਰੀਬਨ 80-90 ਸਾਲ ਫਿਰ ਜੰਗਲਾਂ ਦੇ ਵਿੱਚ ਠੋਕਰਾਂ ਖਾਣੀਆਂ ਪਈਆਂ, ਆਪਣੇ ਭਰਾਵਾਂ ਦੇ ਭੈਣਾਂ ਦੇ ਕਤਲ ਕਰਾਉਣੇ ਪਏ। ਇਹ ਬੰਦਾ ਸਿੰਘ ਬਹਾਦਰ ਤੋਂ 80-90 ਸਾਲ ਦਾ ਦੁਖਾਂਤ ਫਿਰ ਵਾਪਰਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਕੀਤਾ ਉਹ ਆਪਣੀ ਬੰਦਿਆਂ ਦੀ ਗਿਣਤੀ ਬਹੁਤੀ ਨਹੀਂ ਸੀ, ਉਹਦੇ ਕੋਲੇ ਤਾਕਤ ਨਹੀਂ ਸੀ ਇੰਨੀ, ਪਰ ਅਕਲ ਬਹੁਤ ਜ਼ਿਆਦਾ ਸੀ ਉਹਦੇ ਕੋਲੇ। ਉਹਨੇ ਆਪਣੀ ਅਕਲ ਦੀ ਵਰਤੋਂ ਕਰਕੇ ਕਈ ਸਾਰੇ ਜਿਹੜੇ ਮਿਸਲਾਂ ਦੇ ਸਰਦਾਰ ਆਪਸ ਦੇ ਵਿੱਚ ਖਾਨਾ ਜੰਗੀ 'ਚ ਉਲਝੇ ਹੋਏ ਸਨ, ਮਰ ਰਹੇ ਸਨ ਅਤੇ ਮਾਰ ਰਹੇ ਸਨ, ਉਹਨਾਂ ਸਰਦਾਰਾਂ ਦੇ ਨਾਲ ਕਿਸੇ ਨਾਲ ਰਿਸ਼ਤੇਦਾਰੀਆਂ ਪਾਈਆਂ, ਆਪਣੀ ਹਮਾਇਤ ਵਿੱਚ ਲੈ ਆਂਦਾ। ਕੁਝ ਸਰਦਾਰਾਂ ਨੂੰ ਪੱਗਵੱਟ ਭਰਾ ਬਣਾਇਆ, ਉਹਨਾਂ ਨੂੰ ਆਪਣੇ ਹੱਕ ਵਿੱਚ ਲੈ ਆਂਦਾ। ਕੁਝ ਸਰਦਾਰਾਂ ਨੂੰ ਵੱਡੇ ਅਹੁਦੇ ਦੇ ਦਿੱਤੇ, ਆਪਣੇ ਹੱਕ ਵਿੱਚ ਲੈ ਆਂਦਾ। ਕੁਝ ਨੂੰ ਹੋਰ ਕਈ ਤਰ੍ਹਾਂ ਦੀਆਂ ਲੁਭਾਵਣੀਆਂ ਚੀਜ਼ਾਂ ਦੇ ਕੇ, ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਕੇ, ਸੋਨਾ ਚਾਂਦੀ ਦੇ ਕੇ ਆਪਣੇ ਹੱਕ ਵਿੱਚ ਵਰਤ ਲਿਆ। ਤੇ ਕਈਆਂ ਨੂੰ ਜਿਹੜੇ ਕਿ ਅੜ ਖਲੋਤੇ ਨਾਲ ਸ਼ਾਮਲ ਹੋਣ ਨੂੰ ਤਿਆਰ ਨਹੀਂ ਸਨ, ਉਹਨਾਂ ਕਈਆਂ ਦੇ ਸਿਰ ਵੀ ਲਾਉਣੇ ਪਏ ਨੇ। ਤੇ ਇਹ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਨੂੰ ਕਰਨਾ ਪਿਆ ਤਾਂ ਕਿਤੇ ਐਡਾ ਵੱਡਾ ਵਿਸ਼ਾਲ ਰਾਜ ਸਥਾਪਿਤ ਹੋਇਆ। ਤੇ ਇੱਕ ਜਿਹੜੀ ਦੁਖਦਾਈ ਘਟਨਾ ਇੱਥੇ ਹੈ, ਕਦੀ ਉਹਨਾਂ ਲੋਕਾਂ ਦੀ ਨਿੰਦਿਆ ਐਡੇ ਵੱਡੇ ਪੈਮਾਨੇ ਤੇ ਨਹੀਂ ਕੀਤੀ ਹੋਵੇਗੀ ਜਿੰਨੀ ਮਹਾਰਾਜਾ ਰਣਜੀਤ ਸਿੰਘ ਦੀ ਕੀਤੀ ਜਾ ਰਹੀ ਹੈ। ਉਹ ਹੈ ਮਾਲਵੇ ਦੇ ਰਾਜੇ। ਮਾਲਵੇ ਦੇ ਵਿੱਚ ਕੈਥਲ ਦਾ ਰਾਜਾ, ਜੀਂਦ ਦਾ ਰਾਜਾ, ਸੰਗਰੂਰ ਦਾ, ਨਾਭੇ ਦਾ, ਪਟਿਆਲੇ ਦਾ, ਫਰੀਦਕੋਟ ਦਾ, ਇਹ ਸਾਰੇ ਰਾਜਿਆਂ ਕੋਲੇ ਰਣਜੀਤ ਸਿੰਘ ਨੇ ਆਪਣੇ ਏਲਚੀ ਭੇਜੇ, ਵਜ਼ੀਰ ਅਫਸਰ ਭੇਜੇ ਕਿ ਤੁਸੀਂ ਆਪਣੇ ਖਾਲਸਾ ਰਾਜ ਨੂੰ ਵਿਸ਼ਾਲ ਕਰਨ ਵਾਸਤੇ ਸਾਡੇ ਨਾਲ ਸਹਿਮਤ ਹੋ ਜਾਓ। ਰਾਜ ਤੁਹਾਡਾ ਇਸੇ ਤਰ੍ਹਾਂ ਰਹੇਗਾ ਪਰ ਵੱਖਰਾ ਨਹੀਂ, ਉਹ ਸਿੱਖ ਰਾਜ ਸਾਂਝਾ ਹੋਵੇਗਾ ਸਾਰਿਆਂ ਦਾ। ਤੁਹਾਨੂੰ ਵੱਡੇ ਅਹੁਦੇ ਦਿੱਤੇ ਜਾਣਗੇ ਪਰ ਵੱਖਰੇ ਰਾਜੇ ਨਹੀਂ ਤੁਹਾਨੂੰ ਮੰਨਿਆ ਜਾਵੇਗਾ। ਇੰਨੀ ਕੁ ਗੱਲ ਪਿੱਛੇ ਇਹਨਾਂ ਮਾਲਵੇ ਦੇ ਰਾਜਿਆਂ ਨੇ ਰਣਜੀਤ ਸਿੰਘ ਦੇ ਨਾਲ ਰਲਣ ਤੋਂ ਇਨਕਾਰ ਕਰ ਦਿੱਤਾ। ਇੱਕ ਲੰਮਾ ਦੌਰਾ ਰਣਜੀਤ ਸਿੰਘ ਨੇ ਆਪਣੇ ਲਾਓ ਲਸ਼ਕਰ ਸਮੇਤ ਮਾਲਵੇ ਦਾ ਕੀਤਾ ਤੇ ਆਪਣੀ ਤਾਕਤ ਦੀ ਪ੍ਰਦਰਸ਼ਨੀ ਇਹਨਾਂ ਦੇ ਸਾਹਮਣੇ ਕੀਤੀ। ਉਦੋਂ ਤਾਂ ਇਹਨਾਂ ਮਾਲਵੇ ਦੇ ਰਾਜਿਆਂ ਨੇ ਨੀਵੀਂ ਪਾ ਕੇ ਰਣਜੀਤ ਸਿੰਘ ਦਾ ਸਵਾਗਤ ਕੀਤਾ, ਤੋਹਫੇ ਦਿੱਤੇ ਤੇ ਸਾਰੀਆਂ ਸ਼ਰਤਾਂ ਮੰਨਣ ਦੇ ਵਾਅਦੇ ਵੀ ਕੀਤੇ। ਪਰ ਇਸ
बड़े लौ लश्कर दे चले जाण तो बाद इन्हां ने कलकत्ते अपने सफीर अपने वड्डे अफसर अंग्रेज़ां दे कोले भेजे कि महाराजा रणजीत सिंह साडे राज नूं हड़प करन नूं फिरदा है, तुसीं साडी राखी करो। लाणत है उन्हां राजिਆਂ महाराजिਆਂ ते ਜਿਹੜੇ अपने सिख भरा दे नाल शामिल होण नूं तैयार नहीं, ਉਹਦੀ सरदारी मन्नण नूं तैयार नहीं। ਜਿਹੜੇ विदेशी आए होए ने दूजे देश चों आके भारत दे उत्ते राज कर रहे ने, आप खुद चल के जाके उन्हां दी गुलामी स्वीकार करन नूं तैयार ने ते उन्हां दी गुलामी स्वीकार करन वास्ते अपने अफसर इन्हां ने कलकत्ते हैडकुआटर ते भेजे अंग्रेज़ां दे कोले कि सानू तुसीं अपनी छत्र छाया विच लै लो, भाव के सानू अपने गुलाम बना लो, नहीं तां सानू रणजीत सिंह अपने अधीन कर लवेगा। अगों हालात दी समय दी सितम जरीफी वेखो कि उदों नपोलीयन दे नाल अंग्रेज़ां दा जंग लग्या होया सी। इन्हां कोले सारी ताकत इन्हां ने नपोलीयन दे विरुद्ध झोकी हुई सी। कोई पता नहीं सी लग रहा कि अंग्रेज़ जित जाण कि नपोलीयन जित जावे। उत्थे इन्हां ने सुनेहा भेजिया कि अजे कुछ अड़ीक करो। 1814 तो लैके 1817-18 तक इन्हां ने नपोलीयन नूं हरा दिता ते नपोलीयन नूं हरा जाण तो बाद उस तो बाद इन्हां ने अपनी फौज भारत वाले पासे लिआंदी ते इन्हां मालवे दे राजिਆਂ नूं फिर कहा कि हुण तुहानूं असीं अपनी छत्र छाया दे विच लै सकदे हां। ਇਹ मालवे दे राजे रणजीत सिंह दे राज नूं स्वीकार करन दी थां ते अपने आप नूं सिख भी अखवाउणा ते गुरु कीआं कुलां अते खानदानां चों भी अखवाउणा ते इह भी अखवाउणा कि गुरु साहब ने सानूं बख्शिशां कीतीआं सन, पर अपने सिख भाइयां नालों तोड़ विछोड़ा करके अंग्रेज़ां दे पैरां 'च पै जाना, अपना राजपाट उन्हां दे हवाले कर देना। अंग्रेज़ां ने आके सारा कुछ हालात दा जायजा लिया, इन्हां नाल मीटिंगां कीतियां, अपने अधीन शर्तां रख के इन्हां नूं लै लिया। ये सालाना टैक्स अंग्रेज़ां नूं देण लग पवे ते अपने लोकां ते भावें जिहो जिहा मर्जी जुल्म करो ते जो मर्जी उन्हां दी लुੱਟ करो ते तुहानूं पूरी छुट्टी है, पर तुसीं ये टैक्स है जिहड़ा अंग्रेज़ सरकार नूं भरदे रहो, असीं तुहाडी राखी करांगे। मालवे दे राजे ये कह के रणजीत सिंह दे नाल रणजीत सिंह नूं छड्ड के अंग्रेज़ां दे नाल सहमत हो गए, शामिल हो गए। इत्थे दुखदाई पहलू जिहड़ा कि मैनूं बहुत ही रड़क पई इस गल दी, किन्ने सारे लोकां ने यह भी लिखिया होया अपनियां किताबां 'च अते स्टेजां ते भी बोलदे ने कि रणजीत सिंह ने तो बहुते विआह करा ले, वो बहुत भैड़ा सी। वो तो इत्थों तक गंद बक रखिया इन्हां लिखारियां ने कि जिहड़ा दलीप सिंह है वो रणजीत सिंह दा बेटा नहीं सी, वो तो बल्कि हराम दी औलाद सी। रणजीत सिंह तो उदों बच्चे पैदा करन दी ताकत ही गवा चुक्या सी, अधरंग दा मारिया सी। ਇਹ बकड़वाह भी अपनियां लिखतां 'च कीता होया इन्हां लोकां ने। इन्हां नूं ਇਹ शर्म नहीं आई कि जे दलीप सिंह वर्गिਆਂ ਨੂੰ ਅਸੀਂ ਨਜਾਇਜ਼ औलाद आखांगे ਤਾਂ ਅਸੀਂ ਆਪਣੇ ਆਪ ਨੂੰ ਨਜਾਇਜ਼ ਬਣਾਉਣ ਦਾ ਕੁਫਰ ਤੋਲ ਰਹੇ ਹਾਂ, ਗੰਦ ਬਕ ਰਹੇ ਹਾਂ। ਇਹ ਗੰਦੀਆਂ ਗੱਲਾਂ ਸਟੇਜਾਂ ਤੇ ਕਿਤਾਬਾਂ 'ਚ ਨਾ ਲਿਆਓ, पर ये लोग इन्नी समझ नहीं रखते कि असी इस गंद दे विच गंदगी च बट्टे मारदे आप लिबड़ जावांगे। इन्हां नूं ये नहीं पता। इत्थे मैं दस देना चाहुंदा कि रणजीत सिंह ने जिहड़े इन्ने विआहां दीयां गल्लां चलियां ने, वो की है कि जदों महाराजा रणजीत सिंह ही नहीं बल्कि जिहड़े दुनिया के होर ताकतवर राजे सी, जदों दूजे किसी कमज़ोर राजे दे राज नूं अपने नाल मिला लैंदे सी, कब्जा कर लैंदे सी, ते उदों उहनूं ये हुक्म दिता जांदा सी कि तू मेरे ते विरुद्ध बगावत नहीं करनी, ते उहदा लड़का जे लड़का नहीं है तां कोई लड़की अपने महलां च भिजवा दित्ती जांदी सी कि जे तू बगावत करेगा, समय सिर टैक्स नहीं देवेगा, तां तेरे लड़के नूं जां लड़की नूं जिहड़ी साडे कोले है इहनूं फांसी ला दित्ती जाऊगी। तां इह जरगमाल दे तौर ते सारी दुनिया दे विच इहो ही तरीका सी उन्हां जमानिਆਂ 'ਚ। ते दूजी कमज़ोर धिर दा लड़का जां लड़की अपने महलां 'ਚ एक तरह की कैद कर ली जाती सी, पर उन्होंने सहूलतां सारियां दित्तियां जांदियां सी। रणजीत सिंह ने जिहड़े पहाड़ी राजियां दीयां लड़कियां ते लड़के कहा जाता है कि उन्हां दे वो जबरी लै आंदे, वो तां लिआंदे सी कि पहाड़ी राजे किते बगावत ना करन, तां उन्हां नूं काबू च रखण दा एक ढंग सी। नहीं तां ये दसो कि उन्हां पहाड़ना जिहड़ियां कुड़ियां लिआंदियां सी राणियां बना के,
ਉਹਨਾਂ ਦੇ ਹੋਰ ਬੱਚੇ ਕਿਉਂ ਨਹੀਂ ਹੋਏ ਅੱਗੇ। ਤੇ ਜਿਹੜਾ ਕਿ ਇਹ ਸਾਰਾ ਕੁਫਰ ਤੋਲਿਆ ਗਿਆ। ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਨੇ ਇੰਨੇ ਵਿਆਹ ਕਰਾ ਲਏ। ਉਪਰੰਤ ਇੱਥੋਂ ਤੱਕ ਵੀ ਮੈਂ ਜਿਹੜਾ ਗੱਲ ਕਹਿਣ ਤੇ ਮਜਬੂਰ ਹਾਂ, ਇਹ ਜ਼ਰੂਰੀ ਹੈ ਦੱਸਣੀ ਕਿ ਮਾਲਵੇ ਦੇ ਰਾਜੇ ਜਿਹੜਾ ਇਹਨਾਂ ਨੇ ਵਿੱਦਿਆ ਦਾ ਸਾਧਨ ਸਿੱਖਾਂ ਨੂੰ ਨਹੀਂ ਦਿੱਤਾ, ਸਕੂਲ ਨਹੀਂ ਖੋਲ੍ਹੇ, ਸਵੈਮਾਨ ਪੈਦਾ ਨਹੀਂ ਕੀਤਾ, ਆਜ਼ਾਦੀ ਨਹੀਂ ਦਿੱਤੀ, ਲੁੱਟ ਕੇ ਖਾਂਦੇ ਰਹੇ। ਪਰ ਰਣਜੀਤ ਸਿੰਘ ਨੇ ਆਪਣੇ ਇਲਾਕੇ ਦੇ ਆਪਣੇ ਅਧੀਨ ਵਾਲੇ ਲੋਕਾਂ ਨੂੰ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਹਿੰਦੂ ਨੇ, ਸਾਰਿਆਂ ਨੂੰ ਜਿੱਥੇ ਸ਼ਾਂਤੀ ਦਿੱਤੀ ਉੱਥੇ ਸਵੈਮਾਨ ਦਿੱਤਾ, ਉੱਥੇ ਖੁੱਲ੍ਹੇ ਤਰੀਕੇ ਨਾਲ ਮਿਲਵਰਤਨ ਦੇ ਮੌਕੇ ਦਿੱਤੇ, ਬਿਜ਼ਨਸ ਵਪਾਰ ਦੇ ਰਾਹ ਪੱਧਰੇ ਕੀਤੇ ਤੇ ਉੱਥੇ ਪੜ੍ਹਾਈ ਲਿਖਾਈ ਦਾ ਜਿੰਨਾ ਉਹਨਾਂ ਜ਼ਮਾਨਿਆਂ 'ਚ ਪ੍ਰਬੰਧ ਹੋ ਸਕਦਾ ਸੀ ਉਹ ਕਰਨ ਦਾ ਯਤਨ ਕੀਤਾ। ਤੇ ਵੱਡੇ ਵੱਡੇ ਪੜ੍ਹੇ ਲਿਖੇ ਹਿੰਦੂ ਲੋਕ ਜਾਂ ਮੁਸਲਮਾਨ ਵਿਦਵਾਨ ਲੋਕ ਜਾਂ ਗੋਰੇ ਲੋਕ ਪੜ੍ਹੇ ਲਿਖੇ ਉਹ ਆਪਣੇ ਨੌਕਰ ਰੱਖੇ ਤਾਂ ਕਿ ਸਿੱਖਾਂ ਨੂੰ ਕੁਝ ਨਾ ਕੁਝ ਅਕਲ ਆ ਸਕੇ। ਕਈਆਂ ਭਰਾਵਾਂ ਨੇ ਤਾਂ ਇਹ ਵੀ ਇਲਜ਼ਾਮ ਲਾਏ ਨੇ ਕਿ ਰਣਜੀਤ ਸਿੰਘ ਨੇ ਸਿੱਖਾਂ ਨੂੰ ਤਾਂ ਜੰਗ ਦੇ ਵਿੱਚ ਲੜਨ ਵਾਸਤੇ ਭੇਜੀ ਰੱਖਿਆ, ਵੱਡਾ ਅਹੁਦਾ ਤਾਂ ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਜਾਂ ਅੰਗਰੇਜ਼ਾਂ ਨੂੰ ਹੀ ਦਿੰਦਾ ਰਿਹਾ। ਕਦੀ ਸੋਚ ਕੇ ਵੇਖੋ, ਬੜੇ ਲੰਮੇ ਸਮੇਂ ਤੋਂ ਸਿੱਖ ਜੰਗ ਹੀ ਲੜਦੇ ਆ ਰਹੇ ਸਨ, ਉਹਨਾਂ ਕੋਲੇ ਪੜ੍ਹਾਈ ਲਿਖਾਈ ਨਹੀਂ ਸੀ, ਪ੍ਰਬੰਧਕੀ ਤਜਰਬਾ ਉਹਨਾਂ ਕੋਲੇ ਨਹੀਂ ਸੀ, ਉਹ ਐਡੇ ਵੱਡੇ ਕਮਾਂਡ ਕਰਨ ਦੇ ਯੋਗ ਹਾਲੀ ਨਹੀਂ ਸੀ। ਉਹ ਜੰਗੀ ਕਮਾਂਡਰ ਬਣ ਸਕਦੇ ਸੀ ਪਰ ਆਮ ਪਬਲਿਕ ਨੂੰ ਕਿਵੇਂ ਕੰਟਰੋਲ ਕਰਨਾ ਹੈ ਇਹਨਾਂ ਦਾ ਉਹਨਾਂ ਨੂੰ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਸੀ। ਇਸੇ ਕਰਕੇ ਜਿਨ੍ਹਾਂ ਲੋਕਾਂ ਕੋਲੇ ਵੱਡੇ ਤਜਰਬੇ ਸਨ, ਮੁਸਲਮਾਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਕਿਉਂਕਿ ਉਹ ਲੰਮੇ ਸਮੇਂ ਤੋਂ ਰਾਜ ਕਰਦੇ ਆ ਰਹੇ ਸਨ। ਤੇ ਇਸੇ ਤਰ੍ਹਾਂ ਹਿੰਦੂਆਂ ਨੂੰ ਵੀ ਵੱਡੇ ਅਹੁਦੇ ਦਿੱਤੇ, ਪੜ੍ਹੇ ਲਿਖੇ ਸੀ ਉਹ, ਤੇ ਉਹ ਰਣਜੀਤ ਸਿੰਘ ਦੀ ਮਰਜ਼ੀ ਦੇ ਮੁਤਾਬਿਕ ਚੱਲਦੇ ਸੀ, ਉਹਨਾਂ ਨੇ ਕੋਈ ਬਗਾਵਤਾਂ ਨਹੀਂ ਕੀਤੀਆਂ। ਇਸੇ ਤਰ੍ਹਾਂ ਅੰਗਰੇਜ਼ਾਂ ਨੂੰ ਵੀ ਵੱਡੇ ਅਹੁਦੇ ਦਿੱਤੇ ਕਿਉਂਕਿ ਉਹਨਾਂ ਕੋਲੇ ਵੀ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਸੀ। ਜਿਹੜੇ ਅੱਜ ਰਣਜੀਤ ਸਿੰਘ ਨੂੰ ਭੈੜਾ ਕਹਿੰਦੇ ਨੇ ਕਿ ਉਹ ਤਾਂ ਸ਼ਰਾਬ ਵੀ ਪੀਂਦਾ ਸੀ, ਅੱਜ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਸਿੱਖ ਸਮਾਜ ਨੂੰ ਅਤੇ ਪੜ੍ਹੇ ਲਿਖੇ ਤਬਕੇ ਨੂੰ ਖਾਸ ਕਰਕੇ ਕਿ ਸ਼ਰਾਬ ਤਾਂ ਸਿੱਖ ਅੱਜ ਤੱਕ ਨਹੀਂ ਛੱਡ ਸਕੇ। ਅੱਜ ਸਾਡੇ ਵਿਆਹਾਂ 'ਚ, ਸਾਡੇ ਅਨੇਕਾਂ ਸਮਾਗਮਾਂ ਤੇ ਪੇਟੀਆਂ ਦੀਆਂ ਪੇਟੀਆਂ ਸ਼ਰਾਬਾਂ ਦੀਆਂ ਅੱਜ ਤੱਕ ਰੁੜਦੀਆਂ ਨੇ ਤੇ ਸ਼ਰਾਬ ਦੀ ਬੋਤਲ ਪਿੱਛੇ ਅੱਜ ਤੱਕ ਸਿੱਖ ਵਿਕਾਊ ਹੋ ਜਾਂਦੇ ਨੇ। ਵੋਟਾਂ ਨਸ਼ਿਆਂ ਨੂੰ, ਸ਼ਰਾਬ ਨੂੰ ਪ੍ਰਾਪਤ ਕਰਕੇ ਤੇ ਉਹ ਵੋਟਾਂ ਵੀ ਪਾ ਦਿੰਦੇ ਨੇ। ਅੱਜ ਤੱਕ ਇਹ ਨਸ਼ੇ ਸ਼ਰਾਬਾਂ ਛੱਡ ਨਹੀਂ ਸਕੇ। 200 ਸਾਲ ਪਹਿਲਾਂ ਰਣਜੀਤ ਸਿੰਘ ਤੋਂ ਆਸ ਕਰਦੇ ਨੇ ਕਿ ਉਹ ਗੁਰੂ ਸਾਹਿਬਾਨ ਵਾਂਗੂ ਵਿਚਰਦਾ। ਪਿਆਰਿਓ, ਉਹ ਗੁਰੂ ਸਾਹਿਬਾਨ ਵਾਂਗੂ ਤਾਂ ਜਿਹੜਾ ਵਿਚਰਿਆ ਕਿ ਨਹੀਂ ਵਿਚਰਿਆ ਇਹ ਤਾਂ ਵੱਖਰੀ ਗੱਲ ਹੈ। ਤੁਸੀਂ ਤਾਂ ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਤੇ ਵੀ ਵੱਡੇ ਵੱਡੇ ਇਲਜ਼ਾਮ ਲਾ ਦਿੱਤੇ ਹੋਏ ਨੇ। ਕਦੀ ਇਤਿਹਾਸ, ਗੁਰਬਿਲਾਸ ਪਾਤਸ਼ਾਹੀ 6ਵੀਂ, ਇਸੇ ਤਰ੍ਹਾਂ 10ਵਾਂ ਗ੍ਰੰਥ ਬਾਲੇ ਵਾਲੀ ਜਨਮ ਸਾਖੀ, ਕਦੀ ਇਹ ਪੜ੍ਹ ਕੇ ਵੇਖ ਲਓ ਤਾਂ ਉਹਦੇ ਵਿੱਚ ਗੁਰੂ ਸਾਹਿਬ ਦੇ ਵਿਰੁੱਧ ਕੀ ਕੁਝ ਲਿਖਿਆ ਪਿਆ। ਤੇ ਰਣਜੀਤ ਸਿੰਘ ਨੇ ਆਪਣੇ ਇਲਾਕੇ 'ਚ ਸਿੱਖਾਂ ਦੇ ਭਾਈਆਂ ਨੂੰ, ਮੁਸਲਮਾਨਾਂ ਦੇ ਮੌਲਵੀਆਂ ਨੂੰ, ਹਿੰਦੂਆਂ ਦੇ ਪੁਜਾਰੀਆਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਦੇ ਕੇ ਇਹ ਹੁਕਮ ਕੀਤਾ ਕਿ ਤੁਸੀਂ ਆਪਣੇ ਲੋਕਾਂ ਨੂੰ ਜਿੰਨੀ ਵਿੱਦਿਆ ਦੇ ਸਕਦੇ ਹੋ ਤੁਸੀਂ ਪੜ੍ਹਾਈ ਕਰਵਾਓ, ਲੋਕਾਂ ਨੂੰ ਸਿਆਣੇ ਬਣਾਓ। ਤੇ ਇਸ ਤਰ੍ਹਾਂ ਕੁਝ ਨਾ ਕੁਝ ਪੜ੍ਹਾਈ ਦੇ ਰਾਹ ਵੱਲ ਤੋਰਿਆ ਗਿਆ। ਕਈ ਮੁਸਲਮਾਨ ਲਿਖਾਰੀਆਂ ਨੇ ਇਹ ਲਿਖਿਆ ਮਿਲਦਾ ਜਿਹੜਾ ਕਿ ਸਪੋਕਸਮੈਨ ਅਖਬਾਰ ਦੇ ਵਿੱਚ ਛਪਿਆ ਹੋਇਆ, ਮੈਂ ਆਪ ਪੜ੍ਹਿਆ, ਨੋਟ ਕੀਤਾ ਮੈਂ ਆਪ। ਉਹ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਮੁਖੀ ਦੇ ਕਾਇਦੇ ਤਿਆਰ ਕਰਵਾ ਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਦਿੱਤੇ। 5-5 ਕਾਇਦੇ ਇੱਕ ਨੰਬਰਦਾਰ ਨੂੰ ਦੇ ਕੇ ਇਹ ਹੁਕਮ ਕੀਤਾ ਕਿ ਤੁਸੀਂ ਇਹਦੀਆਂ 10-10 ਕਾਪੀਆਂ ਕਰਵਾ ਕੇ ਹੋਰ ਸਿਆਣੇ ਲੋਕਾਂ 'ਚ ਵੰਡੋ, ਗੁਰਮੁਖੀ ਸਿੱਖੋ ਅਤੇ ਪੜ੍ਹੋ। ਤੇ ਜਿਹੜਾ ਵੀ ਇਹਦਾ ਉਤਾਰਾ ਕਰੇ ਕੁਝ ਨਾ ਕੋਈ ਕਾਪੀਆਂ ਕਰਕੇ ਹੋਰ ਅੱਗੇ ਦੇਵੇ। ਜਿੰਨਾ ਕੁ ਕੋਈ ਪੜ੍ਹ ਸਕਦਾ ਓਨਾ ਕੁ ਪੜ੍ਹਨ ਦੇ ਵਿੱਚ ਯੋਗਦਾਨ ਪਾਵੇ, ਪੜ੍ਹਾਉਣ ਦੇ ਵਿੱਚ ਯੋਗਦਾਨ ਪਾਵੇ। ਰਣਜੀਤ ਸਿੰਘ ਨੇ ਤਾਂ ਪੜ੍ਹਨ ਦੇ ਵਿੱਚ ਸਹਾਇਤਾ ਕੀਤੀ ਹੈ ਬਹੁਤ ਲੋਕਾਂ ਦੀ। ਇਹਦਾ ਸਬੂਤ ਮੈਂ ਤੁਹਾਨੂੰ ਦੇਣ ਲੱਗਿਆ। ਜਿੰਨੇ ਵੱਡੇ ਵੱਡੇ ਸਾਡੇ ਸਿੱਖਾਂ ਦੇ ਲੀਡਰ ਹੋਏ ਨੇ ਉਹ ਸਾਰੇ, ਉਹ ਭਾਵੇਂ ਸੰਨ 47 ਤੋਂ ਪਹਿਲਾਂ ਹੋਏ ਨੇ ਤੇ ਭਾਵੇਂ ਉਦੋਂ ਹੋਰ ਪਹਿਲਾਂ ਹੋਏ ਨੇ, ਜਿਵੇਂ ਗਿਆਨੀ ਦਿੱਤ ਸਿੰਘ ਅਤੇ ਸਰਦਾਰ ਗੁਰਮੁਖ ਸਿੰਘ ਪ੍ਰੋਫੈਸਰ ਜੀ ਨੂੰ ਕਹਿ ਦਿੰਦੇ ਆਪਾਂ, ਉਹ ਸਾਰੇ, ਤੇ ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ। ਮੈਂ ਆਪਣੀ ਕਿਤਾਬ ਦੇ ਵਿੱਚ 50 ਤੋਂ ਵੱਧ ਇਹੋ ਜਿਹੇ
ਵਿਦਵਾਨਾਂ ਦਾ ਅਤੇ ਰਾਜਨੀਤਿਕ ਸਿੱਖਾਂ ਦਾ ਬਕਾਇਦਾ ਵੇਰਵਾ ਦਿੱਤਾ ਹੋਇਆ ਕਿ ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਉਸ ਇਲਾਕੇ 'ਚ ਇਹਨਾਂ ਦੇ ਮਾਤਾ ਪਿਤਾ ਜਾਂ ਇਹ ਆਪ ਉਸ ਇਲਾਕੇ 'ਚ ਰਹੇ ਸੀ, ਉੱਧਰ ਜੰਮੇ ਸੀ, ਪਲੇ ਸੀ, ਉੱਧਰ ਹੀ ਇਹਨਾਂ ਦੀ ਪੜ੍ਹਾਈ ਹੋਈ ਸੀ। ਮਾਨਸਿਕ ਘਾੜਤ ਇਹਨਾਂ ਦੀ ਉਸ ਖੁੱਲ੍ਹੇ ਮਾਹੌਲ 'ਚ ਘੜੀ ਗਈ ਸੀ, ਤਾਂ ਇਹ ਲੀਡਰ ਬਣ ਗਏ, ਤਾਂ ਇਹ ਵਿਦਵਾਨ ਬਣ ਗਏ, ਤਾਂ ਇੰਨੇ ਸਿਆਣੇ ਬਣ ਗਏ। ਮਾਲਵੇ ਦੇ ਵਿੱਚੋਂ ਤਾਂ ਕੋਈ ਨਾਮੀ ਲੀਡਰ ਪੈਦਾ ਹੀ ਨਹੀਂ ਹੋ ਸਕਿਆ, ਕੋਈ ਨਾਮੀ ਰਾਜਨੇਤਾ ਪੈਦਾ ਹੋ ਹੀ ਨਹੀਂ ਸਕਿਆ, ਕਿਉਂਕਿ ਇੱਧਰ ਤਾਂ ਸਾਨੂੰ ਗੁਲਾਮ ਬਣਾ ਦਿੱਤਾ ਗਿਆ ਸੀ। ਤਾਂ ਗੁਰੂ ਪਿਆਰ ਵਾਲਿਓ, ਮੈਂ ਬੇਅੰਤ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਸਬੂਤ ਦੇ ਤੌਰ ਤੇ ਰੱਖ ਸਕਦਾ। ਇੱਥੋਂ ਤੱਕ ਮੈਂ ਕਿਸੇ ਵੱਡੇ ਅਫਸਰ ਦੇ ਨਾਲ ਕੋਈ ਸਵਾਲ ਜਵਾਬ ਕੀਤੇ, ਉਹ ਮੈਨੂੰ ਕਹਿਣ ਲੱਗਿਆ, ਭਾਈ ਇੰਦਰ ਸਿੰਘ ਇੱਕ ਗੱਲ ਦਾ ਧਿਆਨ ਰੱਖੋ, ਮੇਰੇ ਕੋਲੇ, ਉਹ ਵੱਡਾ ਅਫਸਰ ਕਹਿਣ ਲੱਗਿਆ, ਮੇਰੇ ਕੋਲੇ ਮਾਲਵੇ ਦਾ ਕੋਈ ਬੰਦਾ ਆਪਣੇ ਕੰਮ ਵਾਸਤੇ ਆਵੇ, ਖੇਤੀਬਾੜੀ ਵਾਸਤੇ, ਉਹ ਜਦੋਂ ਅੰਦਰ ਆਉਂਦਾ ਹੈ ਤਾਂ ਉਹਨੂੰ ਕਹਿੰਦਾ ਕੋਈ ਨਹੀਂ ਤੂੰ ਜੁੱਤੀ ਉਤਾਰ। ਮੇਰੇ ਦਫ਼ਤਰ 'ਚ ਮਾਲਵੇ ਦੇ ਬਜ਼ੁਰਗ ਆਮ ਤੌਰ ਤੇ ਜੁੱਤੀ ਉਤਾਰ ਕੇ ਅੰਦਰ ਆਉਂਦੇ ਨੇ, ਇੰਨੇ ਡਰੇ ਹੋਏ ਨੇ। ਜਦੋਂ ਮੈਂ ਆਖਾਂ ਤੇ ਆ ਕੇ ਵੀਰ ਜੀਓ ਕੁਰਸੀ ਤੇ ਬਹਿ ਜਾਵੋ, ਤਾਂ ਕੁਰਸੀ ਤੇ ਬਹਿਣ ਦੀ ਹਿੰਮਤ ਨਹੀਂ ਪੈਂਦੀ, ਜ਼ਮੀਨ ਤੇ ਬਹਿ ਜਾਂਦੇ ਨੇ। ਜਦੋਂ ਮੈਂ ਆਖਾਂ ਸੁਣਾਓ ਕੀ ਹਾਲ ਹੈ, ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਝੁਕ ਕੇ ਦੂਰੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਥਰ ਥਰ ਲੱਤਾਂ ਕੰਬੀ ਜਾਂਦੀਆਂ ਨੇ। ਮਾਲਵੇ ਦੇ ਲੋਕਾਂ ਦੇ ਦਾੜੀਆਂ ਵੀ, ਮੁੱਛਾਂ ਵੀ ਆਮ ਤੌਰ ਤੇ ਸਫੈਦ ਨਹੀਂ ਹੁੰਦੀਆਂ, ਇਹ ਪੀਲੇ ਰੰਗ ਦੀਆਂ ਹੋ ਜਾਂਦੀਆਂ ਨੇ। ਕੱਪੜੇ ਵੀ ਮੈਲੇ ਕੁਚੈਲੇ ਹੁੰਦੇ ਨੇ। ਇਹ ਕਾਫੀ ਸਮਾਂ ਪਹਿਲਾਂ ਜਦੋਂ ਇਸ ਅਫਸਰ ਨੇ ਮੈਨੂੰ ਗੱਲਾਂ ਸੁਣਾਈਆਂ, ਮੈਂ ਕਿਹਾ ਸਰ ਮੈਂ ਵੀ ਇਸੇ ਇਲਾਕੇ ਦੇ ਹੀ ਹਾਂ। ਕਹਿਣ ਲੱਗਿਆ ਮੈਂ ਤਾਂ ਕੌੜਾ ਸੱਚ ਦੱਸਣ ਲੱਗਿਆ, ਪਰ ਜਦੋਂ ਮਾਲਵੇ ਦੇ ਬੰਦੇ ਮੇਰੇ ਕੋਲੇ ਆਉਂਦੇ ਨੇ, ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਜਦੋਂ ਮਾਝੇ ਦੇ ਆਉਂਦੇ ਨੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂਕਿ ਸਤਲੁਜ ਤੱਕ ਸੰਧੀ ਹੋ ਗਈ ਸੀ, ਜਦੋਂ ਇੱਥੋਂ ਦੇ ਅੰਮ੍ਰਿਤਸਰ ਏਰੀਏ ਦੇ ਲੋਕ ਆਉਂਦੇ ਨੇ ਤਾਂ ਉਹ ਆਮ ਤੌਰ ਤੇ ਸਿੱਧੇ ਮੇਰੇ ਦਫ਼ਤਰ 'ਚ ਆ ਜਾਂਦੇ ਨੇ, ਚਪੜਾਸੀ ਦੀ ਵੀ ਪਰਵਾਹ ਨਹੀਂ ਕਰਦੇ, ਮੇਰੇ ਬਿਨਾਂ ਆਖੇ ਕੁਰਸੀ ਤੇ ਬਹਿ ਜਾਂਦੇ ਨੇ ਤੇ ਮੈਨੂੰ ਸਿੱਧਾ ਕਹਿੰਦੇ ਨੇ, ਭਾਊ ਉਹ ਸਾਡਾ ਕੰਮ ਕਰੇਗਾ ਕਿ ਨਹੀਂ ਕਰੇਗਾ? ਕਿੰਨੇ ਦਿਨ ਹੋ ਗਏ ਨੇ ਸਾਨੂੰ ਚੱਕਰ ਕੱਟਦਿਆਂ ਨੂੰ, ਤੂੰ ਸਾਡੇ ਕੰਮ ਕਿਉਂ ਨਹੀਂ ਕਰਦਾ? ਕਹਿੰਦਾ ਮੈਂ ਸਮਝ ਜਾਂਦਾ ਵੀ ਉਧਰੋਂ ਆਇਆ, ਬੜਾ ਦਲੇਰ ਬੰਦਾ ਹੈ, ਤੇ ਇਹਨਾਂ ਦੇ ਕੱਪੜੇ ਵੀ ਸਫੈਦ, ਇਹਨਾਂ ਦੀਆਂ ਦਾੜੀਆਂ ਵੀ ਚਿੱਟੀਆਂ ਸਫੈਦ, ਇਹਨਾਂ ਦਾ ਸ਼ਾਨੋ ਸ਼ੌਕਤ, ਬੋਲਣ ਦਾ ਢੰਗ ਤਰੀਕਾ ਇਹ ਇਹੋ ਜਿਹਾ ਕਿਉਂ ਬਣਿਆ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਹਨਾਂ ਨੂੰ ਉੱਚੇ ਉੱਠਣ ਦਾ, ਅੱਗੇ ਵਧਣ ਦਾ, ਰੱਜ ਕੇ ਰੋਟੀ ਖਾਣ ਦਾ, ਸਾਫ਼ ਕੱਪੜੇ ਪਹਿਨਣ ਦਾ, ਜ਼ਮੀਨਾਂ ਦੇ ਮਾਲਕ ਬਣਨ ਦਾ, ਰਾਜ ਕਰਨ ਦਾ ਇਹਨਾਂ ਦੇ ਅੰਦਰ ਅਹਿਸਾਸ ਪੈਦਾ ਹੋ ਗਿਆ, ਜਜ਼ਬਾ ਪੈਦਾ ਹੋ ਗਿਆ। ਇਹ ਮਾਲਵੇ ਦੇ ਲੋਕਾਂ ਦੇ ਵਿੱਚ ਇਹ ਜਜ਼ਬਾ ਪੈਦਾ ਨਹੀਂ ਹੋ ਸਕਿਆ। ਤੇ ਰਣਜੀਤ ਸਿੰਘ ਨੂੰ ਤਾਂ ਕਿਤੇ ਕੋਈ ਸ਼ਰਾਬੀ, ਕਿਤੇ ਕੋਈ ਬਹੁਤੇ ਵਿਆਹ ਕਰਾਉਣ ਵਾਲਾ, ਤੇ ਕਿਤੇ ਕੋਈ ਉਹਨਾਂ ਦੇ ਬੇਟੇ ਨੂੰ ਹਰਾਮੀ ਕਹਿਣ ਵਾਲਾ। ਲਾਹਨਤ ਹੈ ਉਹਨਾਂ ਲੋਕਾਂ ਤੇ ਜਿਹੜੇ ਏਡੇ ਵੱਡੇ ਯੋਧੇ ਨੂੰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਪਮਾਨਿਤ ਕਰਦੇ ਨੇ। ਉਹਦੇ ਵਰਗਾ ਕੋਈ ਇੱਕ ਵੀ ਕੰਮ ਕਰਕੇ ਤਾਂ ਵਿਖਾ ਦਿਓ। ਕਦੀ ਅੱਜ ਸਾਡੇ ਤੇ ਕਿੰਨੀਆਂ ਮੁਸੀਬਤਾਂ ਨੇ, ਰਣਜੀਤ ਸਿੰਘ ਨੇ ਉਹ ਸਾਰੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਸੀ। ਤੇ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ 10 ਸਾਲ ਪੂਰੇ ਨਹੀਂ ਹੋਏ ਤੇ ਸਾਰੇ ਸਿੱਖਾਂ ਨੂੰ ਆਪਣੇ ਹਥਿਆਰ ਜ਼ਮੀਨ ਤੇ ਰੱਖ ਕੇ ਅੰਗਰੇਜ਼ਾਂ ਦੇ ਅੱਗੇ ਹਾਰ ਮੰਨਣੀ ਪਈ ਸੀ। 30 ਮਾਰਚ 1849 ਨੂੰ ਲਾਹੌਰ ਦੇ ਮੈਦਾਨ ਵਿੱਚ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਕਹਿ ਦਿੱਤਾ ਕਿ ਆਪਣੇ ਹਥਿਆਰ ਜ਼ਮੀਨ ਤੇ ਰੱਖ ਦਿਓ, ਹੁਣ ਰਣਜੀਤ ਸਿੰਘ ਨਹੀਂ ਰਿਹਾ ਇੱਥੇ ਤੇ ਤੁਸੀਂ ਨਹੀਂ ਤਾਂ ਤੋਪਾਂ ਨਾਲ ਉਡਾ ਦਿੱਤੇ ਜਾਓਗੇ। ਤੇ ਉਹਨਾਂ ਹਾਰੇ ਹੋਏ ਸਿੱਖਾਂ ਨੇ ਆਪਣੇ ਹਥਿਆਰ ਜ਼ਮੀਨ ਤੇ ਰੱਖ ਦਿੱਤੇ ਤੇ ਹਾਰ ਸਵੀਕਾਰ ਕਰ ਲਈ। ਉਹ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਮਹਾਨ ਆ, ਉਹ ਅੰਗਰੇਜ਼ਾਂ ਦੇ ਮੂਹਰੇ ਹਾਰ ਗਏ। ਪਰ ਰਣਜੀਤ ਸਿੰਘ ਵਰਗਾ ਦੁਬਾਰਾ ਕੋਈ ਹੋਰ ਨਹੀਂ ਮਿਲਿਆ ਜਿਹੜਾ ਕਿ ਸਾਡੇ ਰਾਜ ਨੂੰ ਕਾਇਮ ਰੱਖ ਸਕੇ। ਅੱਜ ਜਿਹੜੇ ਰਣਜੀਤ ਸਿੰਘ ਨੂੰ ਨਿੰਦਣ ਵਾਲੇ ਨੇ ਤੇ ਰਣਜੀਤ ਸਿੰਘ ਦੇ ਵਰਗਾ ਅੱਜ ਸਾਨੂੰ ਰਾਜ ਲਿਆ ਕੇ ਦੇ ਦੇਣ, ਉਹ ਪੰਜਾਬ ਦਾ ਮੁੱਖ ਮੰਤਰੀ ਵੀ ਚੰਗਾ ਕੋਈ ਬਣਾ ਦੇਣ, ਭਾਰਤ ਦੇ ਵਿੱਚ ਕੋਈ ਜਿਹੜੇ ਵੱਡੇ ਅਹੁਦੇ ਨੇ ਉਹੀ ਸਾਨੂੰ ਲੈ ਕੇ ਦੇ ਦੇਣ, ਪਰ ਇਹ ਕੁਝ ਵੀ ਨਹੀਂ ਕਰ ਸਕੇ। ਆਪ ਸ਼ਰਾਬਾਂ ਵੀ ਪੀਂਦੇ ਨੇ, ਆਪ ਪਰਾਈਆਂ ਔਰਤਾਂ ਵੱਲ ਇਹ ਲਲਚਾਈਆਂ ਨਜ਼ਰਾਂ ਨਾਲ ਵੀ ਵੇਖਦੇ ਨੇ। ਇਹ ਪਤਾ ਨਹੀਂ ਅਸੀਂ ਸਾਰਿਆਂ ਨਾਲ ਕੀ ਕੀ ਵਾਪਰੀ ਹੈ। ਇਲਜ਼ਾਮ ਵੀ ਲਾਉਂਦੇ ਨੇ ਕਿ ਦਲੀਪ ਸਿੰਘ ਹਰਾਮ ਦੀ ਔਲਾਦ ਸੀ, ਤੇ ਕੁਝ ਤੇ ਕੋਈ ਸ਼ਰਮ ਕਰ ਲਓ। ਇਹੋ ਜਿਹੀਆਂ ਗੱਲਾਂ ਕਹਿਣ ਤੋਂ ਪਹਿਲਾਂ ਸੋਚ ਤਾਂ ਲਿਆ ਕਰੋ ਕਿ ਇਹ ਅਪਮਾਨ ਰਣਜੀਤ ਸਿੰਘ ਦਾ ਨਹੀਂ ਤੁਸੀਂ ਕਰ ਰਹੇ, ਪੂਰੀ ਸਿੱਖ ਕੌਮ ਦਾ ਕਰ ਰਹੇ ਹੋ, ਆਪਣੇ ਆਪ ਦਾ ਕਰ ਰਹੇ ਹੋ। ਮੈਂ ਤੇ ਬਾਰ-ਬਾਰ ਆਖਾਂਗਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਸ ਯੋਧੇ ਨੇ ਸਾਨੂੰ ਜੇਤੂ ਬਣਾਇਆ ਸੀ, ਦੁਨੀਆ 'ਚ ਸਾਡੀ ਪਛਾਣ ਬਣਾਈ ਸੀ।
ਤੇ ਉਦੋਂ ਬਾਅਦ ਸਾਡੀ ਪਛਾਣ ਖਾਤਮੇ ਦੇ ਨੇੜੇ ਪਹੁੰਚ ਗਈ ਹੈ। ਅੱਜ ਦੇ ਵਿਦਵਾਨੋ, ਬੁਲਾਰਿਓ, ਲਿਖਾਰੀਓ, ਕੋਈ ਉਹਦੇ ਵਰਗਾ ਕੰਮ ਕਰਕੇ ਵਿਖਾਵੋ, ਫਿਰ ਮੰਨ ਜਾਵਾਂਗੇ ਕਿ ਵਾਕਈ ਤੁਸੀਂ ਬਹੁਤ ਮਹਾਨ ਲਿਖਾਰੀ ਹੋ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।